ਹਾਂਜੀ ਸੰਗਤ ਜੀ, ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਅੰਗੀਠਾ ਸਾਹਿਬ। 13 ਸਿੰਘ ਸ਼ਹੀਦ। ਇਹ 13 ਸਿੰਘ ਸ਼ਹੀਦ ਨਕਲੀ ਨਿਰੰਕਾਰੀਆਂ ਵੱਲੋਂ 13 ਅਪ੍ਰੈਲ 1978 ਵਿੱਚ ਸ਼ਹੀਦ ਕਰ ਦਿੱਤੇ ਗਏ ਸਨ। ਸੋ ਇਹ ਗੁਰਦੁਆਰਾ ਸਾਹਿਬ ਉਹਨਾਂ ਦੀ ਯਾਦ ਵਿੱਚ ਇੱਥੇ ਬਣਿਆ ਹੋਇਆ ਹੈ, ਜਿਹੜਾ ਕਿ ਸਾਨੂੰ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਸੋ ਆਓ ਸੰਗਤ ਜੀ, ਪਹਿਲਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ, ਫਿਰ ਇਤਿਹਾਸ ਪੜ੍ਹਦੇ ਹਾਂ ਜੀ। ਸਰਦਾਰ ਅਮੋਲਕ ਸਿੰਘ ਅਖੰਡ ਕੀਰਤਨੀ ਜਥੇ ਵਾਲੇ ਭਾਰਤੀ ਹਵਾਈ ਫੌਜ ਵਿੱਚ ਨੌਕਰੀ ਕਰਦੇ ਸਨ। ਇਸ ਸ਼ਾਂਤਮਈ ਜਲੂਸ ਵਿੱਚ ਸ਼ਾਮਿਲ ਸਨ। ਇਸ ਖੂਨੀ ਵਾਰਦਾਤ ਸਮੇਂ ਅਨੂਪ ਸਿੰਘ ਪੁਲਿਸ ਇੰਸਪੈਕਟਰ ਮੌਕੇ 'ਤੇ ਸਨ। ਬਾਕੀ ਪੁਲਿਸ ਅਫਸਰਾਂ, ਜਿਨ੍ਹਾਂ ਵਿੱਚ ਇਕਬਾਲ ਸਿੰਘ ਲਾਲਪੁਰਾ ਵੀ ਸਨ, ਨੇ ਰਲ ਕੇ ਇਸ ਕੇਸ ਦਾ ਚਲਾਨ ਬਣਾਇਆ। ਅਨੂਪ ਸਿੰਘ ਨੇ ਕੇਸ ਦੀ ਪੈਰਵਾਈ ਅਦਾਲਤ ਵਿੱਚ ਕੀਤੀ ਸੀ। ਹਰਬੀਰ ਸਿੰਘ ਭੰਵਰ ਅਤੇ ਦਲਬੀਰ ਸਿੰਘ ਪੱਤਰਕਾਰ ਉਸ ਵੇਲੇ ਅੰਮ੍ਰਿਤਸਰ ਵਿੱਚ ਸਨ ਅਤੇ ਉਹਨਾਂ ਨੇ ਆਪਣੀ ਰਿਪੋਰਟ ਅਖਬਾਰ ਨੂੰ ਭੇਜੀ ਸੀ। ਇਹਨਾਂ ਤੋਂ ਇਲਾਵਾ ਬੀਬੀ ਅਮਰਜੀਤ ਕੌਰ, ਧਰਮ ਪਤਨੀ ਸ਼ਹੀਦ ਭਾਈ ਫੌਜਾ ਸਿੰਘ ਜੀ ਦੀ ਇੰਟਰਵਿਊ ਵੀ ਲੇਖਕ ਨੇ ਕੀਤੀ ਹੈ, ਤਾਂ ਜੋ ਅਸਲ ਸੱਚ ਨਿਖਰ ਕੇ ਸਾਹਮਣੇ ਆ ਸਕੇ। ਨਕਲੀ ਨਿਰੰਕਾਰੀ ਹਨ ਕੀ? ਇਹ ਸਭ ਤੋਂ ਪਹਿਲਾਂ ਇਹ ਸਮਝਣਾ ਬਹੁਤ ਜ਼ਰੂਰੀ ਹੋਵੇਗਾ ਕਿ ਇਹ ਆਪਣੇ ਆਪ ਬਣੇ ਨਿਰੰਕਾਰੀ ਗੁਰੂ ਹਨ ਕੀ ਅਤੇ ਇਹਨਾਂ ਦਾ ਪਿਛੋਕੜ ਕੀ ਹੈ। ਗੁਰੂ ਨਾਨਕ ਸਾਹਿਬ ਨੇ ਸਿੱਖ ਮਤ ਦੀ ਸਥਾਪਨਾ ਕੀਤੀ ਅਤੇ ਸਿਵਾਏ ਅਕਾਲ ਪੁਰਖ ਤੋਂ ਕਿਸੇ ਹੋਰ ਦੇਵੀ ਦੇਵਤੇ ਅਤੇ ਬੁੱਤ ਪ੍ਰਸਤੀ ਤੋਂ ਸਿੱਖਾਂ ਨੂੰ ਵਰਜਿਆ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜ ਕੇ ਦੇਹਧਾਰੀ ਗੁਰੂ ਪ੍ਰਥਾ ਨੂੰ ਹਮੇਸ਼ਾ ਲਈ ਖਤਮ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕ ਕੇ ਆਗਿਆ ਪਈ ਅਕਾਲ ਕੀ ਕਹਿ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਜੁਗਾ ਤੱਕ ਗੁਰੂ ਮੰਨਣ ਦਾ ਹੁਕਮ ਕੀਤਾ। ਕੁਝ ਸਮੇਂ ਉਪਰੰਤ ਸਿੱਖ ਬ੍ਰਾਹਮਣਵਾਦ ਦੇ ਪ੍ਰਭਾਵ ਨੂੰ ਮੰਨਦੇ ਹੋਏ ਦੇਵੀ ਦੇਵਤਿਆਂ ਨੂੰ ਅਤੇ ਬੁੱਤ ਪ੍ਰਸਤੀ ਵੀ ਮੰਨਣ ਲੱਗ ਪਏ। ਤਕਰੀਬਨ ਇਸੇ ਸਮੇਂ ਬਾਬਾ ਦਿਆਲ, ਜੋ ਮਹਾਰਾਜਾ ਰਣਜੀਤ ਸਿੰਘ ਦੇ ਸਮਕਾਲੀ ਵੀ ਸਨ, ਨੇ ਗੁਰਮਤਿ ਮਰਿਆਦਾ ਅਨੁਸਾਰ ਆਪਣਾ ਜੀਵਨ ਜਿਊਣ ਦਾ ਨਿਸ਼ਚਾ ਕੀਤਾ। ਉਹਨਾਂ ਨੇ ਨਿਰੰਕਾਰੀ ਦਰਬਾਰ ਬਣਵਾਇਆ ਅਤੇ ਉਪਦੇਸ਼ ਦਿੱਤਾ ਕਿ ਅਕਾਲ ਪੁਰਖ ਨਿਰੰਕਾਰ ਹੈ ਅਤੇ ਸਿੱਖ ਮੂਰਤੀ ਅਤੇ ਬੁੱਧ ਪੂਜਾ ਤੋਂ ਦੂਰ ਰਹਿਣ। ਬਾਬਾ ਦਿਆਲ ਤੋਂ ਬਾਅਦ ਬਾਬਾ ਦਰਬਾਰਾ ਸਿੰਘ, ਫਿਰ ਬਾਬਾ ਰੱਤਾ ਜੀ, ਬਾਬਾ ਗੁਰਦਿੱਤ ਸਿੰਘ ਅਤੇ ਉਸ ਤੋਂ ਉਪਰੰਤ ਬਾਬਾ ਹਰਾ ਸਿੰਘ 1887 ਤੋਂ 1971 ਈਸਵੀ ਤੱਕ ਹੋਏ। ਇਹ ਨਿਰੰਕਾਰੀ ਦਰਬਾਰ ਦੇਸ਼ ਦੇ ਬਟਵਾਰੇ ਤੋਂ ਬਾਅਦ ਰਾਵਲਪਿੰਡੀ ਤੋਂ ਚੰਡੀਗੜ੍ਹ ਆ ਗਿਆ ਅਤੇ ਬਾਬਾ ਗੁਰਬਖਸ਼ ਸਿੰਘ ਇਸ ਦੇ ਮੁਖੀ ਬਣੇ ਅਤੇ ਇਹ ਅੱਖਾਂ ਦੇ ਮਸ਼ਹੂਰ ਡਾਕਟਰ ਮਰਹੂਮ ਮਾਨ ਸਿੰਘ ਨਿਰੰਕਾਰੀ ਦੇ ਵੱਡੇ ਭਰਾ ਸਨ। ਬਾਬਾ ਗੁਰਦਿੱਤ ਸਿੰਘ ਜਦੋਂ ਨਿਰੰਕਾਰੀ ਦਰਬਾਰ ਦੇ ਮੁਖੀ ਸਨ ਤਾਂ ਇਸ ਦਰਬਾਰ ਦਾ ਇੱਕ ਸੇਵਕ ਬੂਟਾ ਸਿੰਘ, ਜੋ ਕੀਰਤਨੀਆ ਸੀ, ਨਸ਼ਿਆਂ ਵਿੱਚ ਗੁਲਤਾਨ ਹੁੰਦਾ, ਹੋਰ ਵੀ ਕਈ ਐਬਾਂ ਵਿੱਚ ਗ੍ਰਸਤ ਹੋ ਗਿਆ। ਜਦੋਂ ਉਹ ਸਮਝਾਉਣ 'ਤੇ ਵੀ ਨਾ ਸੁਧਰਿਆ ਤਾਂ ਉਸ ਨੂੰ ਨਿਰੰਕਾਰੀ ਦਰਬਾਰ ਦੀ ਨੌਕਰੀ ਤੋਂ ਕੱਢ ਦਿੱਤਾ ਗਿਆ। ਉਹ ਬੂਟਾ ਸਿੰਘ ਰਾਵਲਪਿੰਡੀ ਛੱਡ ਕੇ ਪੇਸ਼ਾਵਰ ਆ ਪਹੁੰਚਿਆ ਅਤੇ ਉੱਥੇ ਉਹ ਅਵਤਾਰ ਸਿੰਘ, ਜੋ ਕਿ ਉਸ ਵਾਂਗ ਹੀ ਸ਼ਕਨ ਛਕਾਉਣ ਵਾਲਾ ਐਬੀ ਕਬਾਬੀ ਸੀ ਅਤੇ ਬੇਕਰੀ ਦਾ ਕੰਮ ਕਰਦਾ ਸੀ, ਨਾਲ ਆ ਮਿਲਿਆ। ਉਹਨਾਂ ਦੋਹਾਂ ਨੇ ਰਲ ਕੇ ਆਪਣਾ ਨਿਰੰਕਾਰੀ ਮੰਡਲ ਬਣਾ ਕੇ ਆਪਣੀ ਡਫਲੀ ਵਜਾਉਣੀ ਸ਼ੁਰੂ ਕਰ ਦਿੱਤੀ। ਬੂਟਾ ਸਿੰਘ ਸੰਨ 1943 ਈਸਵੀ ਵਿੱਚ ਗੁਜ਼ਰ ਗਿਆ ਅਤੇ ਅਵਤਾਰ ਸਿੰਘ ਆਪ ਗੁਰੂ ਬਣ ਬੈਠਾ। ਦੇਸ਼ ਦੇ ਬਟਵਾਰੇ ਤੋਂ ਬਾਅਦ ਇਸ ਨੇ ਪਹਾੜਗੰਜ, ਦਿੱਲੀ ਵਿੱਚ ਨਿਰੰਕਾਰੀ ਮੰਡਲ ਦਾ ਦਫ਼ਤਰ ਬਣਾ ਲਿਆ। ਇਹ ਸਾਰੀ ਗੱਲ ਲੇਖਕ ਨੂੰ ਡਾਕਟਰ ਮਾਨ ਸਿੰਘ ਨਿਰੰਕਾਰੀ ਨੇ ਆਪ ਦੱਸੀ ਸੀ। ਦੇਸ਼ ਦੀਆਂ ਸਰਕਾਰਾਂ ਨੇ ਇਸ ਮੰਡਲ ਦੀ ਪਿੱਠ ਪੂਰਨੀ ਸ਼ੁਰੂ ਕਰ ਦਿੱਤੀ, ਕਿਉਂਕਿ ਇਹ ਸਿੱਖ ਆਦਰਸ਼ ਦੇ ਉਲਟ ਚੱਲਦੇ ਸਨ। ਗੁਰਬਚਨ ਸਿੰਘ, ਜੋ ਅਵਤਾਰ ਸਿੰਘ ਦਾ ਪੁੱਤਰ ਸੀ, ਪਿਤਾ ਦੀ ਮੌਤ ਤੋਂ ਬਾਅਦ ਆਪ ਗੁਰੂ ਬਣ ਬੈਠਾ ਅਤੇ ਆਪਣੀ ਪੂਜਾ ਕਰਾਉਣ ਲੱਗ ਪਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆਪਣੀ ਕੁਰਸੀ ਆਸਣ ਲਾ ਕੇ ਗੁਰਬਾਣੀ ਦੇ ਅਰਥਾਂ ਨੂੰ ਤੋੜ ਮਰੋੜ ਕੇ ਲੋਕਾਂ ਵਿੱਚ ਪੇਸ਼ ਕਰਨਾ ਸ਼ੁਰੂ ਕਰ ਦਿੱਤਾ।
ਆਪਣੇ ਝੂਠੇ ਪ੍ਰਵਚਨਾਂ ਵਿੱਚ ਗੁਰੂ ਸਾਹਿਬਾਨ ਪ੍ਰਤੀ ਗਲਤ ਸ਼ਬਦਾਵਲੀ ਵਰਤਣ ਲੱਗ ਪਿਆ। ਇਸ ਬਾਰੇ ਸਿੱਖ ਸੰਗਤ ਵੱਲੋਂ ਵਿਰੋਧ ਹੋਇਆ, ਪਰ ਉਹਨਾਂ ਕਿਸੇ ਗੱਲੋਂ ਇਸ ਗੱਲ ਦੀ ਪਰਵਾਹ ਨਾ ਮੰਨੀ। ਕਈਆਂ ਥਾਵਾਂ 'ਤੇ ਸਿੱਖ ਸੰਗਤਾਂ ਤੇ ਖਾਸਕਰ ਅਖੰਡ ਕੀਰਤੀ ਜਥੇ ਸਿੱਖਾਂ ਦੇ ਸਹਿਯੋਗ ਨਾਲ ਜਥਾ ਭਿੰਡਰਾਂ ਮਹਿਤਾ ਦੇ ਮੁਖੀ ਬਾਬਾ ਗਿਆਨੀ ਕਰਤਾਰ ਸਿੰਘ ਜੀ ਭਿੰਡਰਾਂ ਵਾਲਿਆਂ ਦੀ ਸਰਪ੍ਰਸਤੀ ਹੇਠ ਅੰਮ੍ਰਿਤਸਰ ਤੇ ਗੁਰਦਾਸਪੁਰ ਵਿੱਚ ਨਕਲੀ ਨਿਰੰਕਾਰੀਆਂ ਦੇ ਛੋਟੇ ਇਕੱਠ ਦੌਰਾਨ ਕਈ ਝੜਪਾਂ ਵੀ ਹੋਈਆਂ। ਸਿੱਖਾਂ ਨੂੰ ਨਕਲੀ ਨਿਰੰਕਾਰੀਆਂ ਦੇ ਇਸ ਕੂੜ ਪ੍ਰਚਾਰ ਤੇ ਕਥਨੀ ਬਾਰੇ ਬਹੁਤ ਇਤਰਾਜ਼ ਸੀ। ਸੰਨ 1978 ਦੀ ਵਿਸਾਖੀ ਵਾਲੇ ਦਿਨ ਇਹ ਘਟਨਾ ਕਿਵੇਂ ਹੋਈ? ਇਸ ਤੋਂ ਪਹਿਲਾਂ ਨਕਲੀ ਨਿਰੰਕਾਰੀ ਬਾਰੇ ਸਿੱਖਾਂ ਦੀ ਕੀ ਭਾਵਨਾ ਸੀ? ਇਸ ਬਾਰੇ ਅਨੂਪ ਸਿੰਘ ਪੁਲਿਸ ਇੰਸਪੈਕਟਰ, ਜਿਹੜੇ 13 ਅਪ੍ਰੈਲ 1978 ਵਾਲੇ ਇਸ ਖੂਨੀ ਸਾਕੇ ਸਮੇਂ ਹਾਜ਼ਰ ਸਨ, ਕੀ ਕਹਿੰਦੇ ਹਨ? ਸਰਦਾਰ ਅਨੂਪ ਸਿੰਘ ਦੱਸਦੇ ਹਨ, ਬਾਬਾ ਕਰਤਾਰ ਸਿੰਘ ਜੀ ਭਿੰਡਰਾਂ ਵਾਲੇ ਇੱਕ ਧਾਰਮਿਕ ਇਨਸਾਨ ਸਨ। ਇਸ ਜਥੇ ਵਾਲਿਆਂ ਨੂੰ ਇਤਰਾਜ਼ ਸੀ ਕਿ ਨਕਲੀ ਨਿਰੰਕਾਰੀ ਆਪ ਉੱਚੀ ਥਾਂ 'ਤੇ ਬੈਠਦੇ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨੀਵੀਂ ਥਾਂ 'ਤੇ ਕਰਦੇ ਹਨ। ਇਹ ਨਕਲੀ ਨਿਰੰਕਾਰੀ ਬਾਣੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੋਲਦੇ ਹਨ, ਪਰ ਜਿੱਥੇ ਗੁਰੂ ਦਾ ਸ਼ਬਦ ਆਉਂਦਾ ਹੈ ਉੱਥੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਨਿਰੰਕਾਰੀ ਬਾਬਾ ਜੀ ਦਾ ਬਚਨ ਹੈ। ਝਗੜੇ ਦਾ ਮੁੱਢ ਇੱਥੋਂ ਸ਼ੁਰੂ ਹੋਇਆ ਕਿ ਦੀਨਾ ਨਗਰ ਗੁਰਦਾਸਪੁਰ ਕੋਲ ਇੱਕ ਭੱਠੇ ਵਾਲੇ, ਜੋ ਨਕਲੀ ਨਿਰੰਕਾਰੀਆਂ ਨਾਲ ਸੰਬੰਧਿਤ ਸੀ, ਨੇ ਨਕਲੀ ਨਿਰੰਕਾਰੀ ਇਕੱਠ ਬੁਲਾਇਆ ਸੀ। ਜਦੋਂ ਉਹ ਚੌਂਕ ਮਹਿਤਾ ਕੋਲੋਂ ਲੰਘਣ ਲੱਗੇ ਤਾਂ ਜਥਾ ਭਿੰਡਰਾਂ ਮਹਿਤਾ ਵਾਲਿਆਂ ਦੇ ਸਿੰਘਾਂ ਨੇ ਕਿਰਪਾਨਾਂ ਕੱਢ ਲਈਆਂ। ਇੱਕ ਹੋਰ ਪਿੰਡ ਨਿੱਕੇ ਘੁੰਮਣ ਵਿੱਚ ਵੀ ਇਸੇ ਤਰ੍ਹਾਂ ਹੀ ਹੋਇਆ। ਇੱਥੇ ਜਥੇ ਵਾਲਿਆਂ ਨੇ ਨਕਲੀ ਨਿਰੰਕਾਰੀਆਂ ਨੂੰ ਭਜਾ ਦਿੱਤਾ। ਉਨੀ ਦਿਨੀ ਗੁਰਦਾਸਪੁਰ ਦਾ ਡਿਪਟੀ ਕਮਿਸ਼ਨਰ ਨਿਰੰਜਨ ਸਿੰਘ ਸੀ, ਜੋ ਨਿਰੰਕਾਰੀ ਪ੍ਰਤੀ ਹਮਦਰਦੀ ਰੱਖਦਾ ਸੀ। ਉਸ ਨੂੰ ਬੜਾ ਮਹਿਸੂਸ ਹੋਇਆ, ਕਿਉਂਕਿ ਉਹ ਗੁਰਬਚਨ ਸਿੰਘ ਨਕਲੀ ਨਿਰੰਕਾਰੀ ਮੁਖੀ ਦੇ ਨੇੜੇ ਸੀ, ਉਸ ਦਾ ਚੇਲਾ ਸੀ। ਉਸਨੇ ਕਿਹਾ, ਹੁਣ ਨਿਰੰਕਾਰੀ ਬਾਬਿਆਂ ਨੂੰ ਬੁਲਾਓ, ਮੈਂ ਵੇਖਦਾ ਹਾਂ ਕਿ ਕਿਹੜਾ ਉਹਨਾਂ ਨੂੰ ਰੋਕਦਾ ਹੈ। ਗੁਰਬਚਨ ਸਿੰਘ ਤਾਂ ਬਹੁਤ ਹੁਸ਼ਿਆਰ ਨਹੀਂ ਸੀ। ਨਿਰੰਜਨ ਸਿੰਘ, ਡੀਸੀ ਪ੍ਰਤਾਪ ਸਿੰਘ ਤੇ ਇਹਨਾਂ ਦੇ ਡੇਰੇ ਦੇ ਇੱਕ ਹੋਰ ਪ੍ਰਮੁੱਖ ਨੇ ਰਲ ਕੇ ਇਸ ਸਾਰੇ ਸਮਾਗਮ ਦਾ ਪ੍ਰੋਗਰਾਮ ਰਚਿਆ ਸੀ। ਇਹਨਾਂ ਸਾਰਿਆਂ ਨੇ ਰਲ ਕੇ ਬਾਬੇ ਨੂੰ ਕਿਹਾ ਕਿ ਤੁਸੀਂ ਆਪਣੇ ਲਾਇਸੈਂਸ ਵਾਲੇ ਹਥਿਆਰ ਨਾਲ ਲੈ ਕੇ ਅੰਮ੍ਰਿਤਸਰ ਸਮਾਗਮ ਵਿੱਚ ਆਉਣਾ ਹੈ। ਇਸ ਪਿਛੋਕੜ ਵਾਰਤਾ ਨੂੰ ਇੱਥੇ ਰੱਖਦੇ ਹੋਏ ਹੁਣ ਵੇਖੀਏ ਕਿ ਸਰਦਾਰ ਅਮੋਲਕ ਸਿੰਘ, ਜੋ ਇਸ ਰੋਸ ਮਾਰਚ ਵਿੱਚ ਸ਼ਾਮਲ ਸਨ, ਉਹਨਾਂ ਦਾ ਕੀ ਕਹਿਣਾ ਹੈ। ਸਰਦਾਰ ਅਮੋਲਕ ਸਿੰਘ ਕਹਿੰਦੇ ਹਨ, ਮੈਂ ਅਖੰਡ ਕੀਰਤਨੀ ਜਥੇ ਵਿੱਚ ਸੰਨ 1972 ਦੌਰਾਨ ਸ਼ਾਮਲ ਹੋਇਆ ਸੀ ਤੇ ਇਸੇ ਜਥੇ ਦੇ ਸਮਾਗਮ ਦੇ ਸਿਲਸਿਲੇ ਵਿੱਚ ਵਿਸਾਖੀ ਵਾਲੇ ਦਿਨ ਅਜੀਤ ਨਗਰ ਵਿੱਚ ਕੀਰਤਨ ਦਾ ਆਨੰਦ ਲੈ ਰਹੇ ਸਾਂ ਕਿ ਬਾਬਾ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦਾ ਸੁਨੇਹਾ ਆਇਆ। ਉਹਨਾਂ ਦਾ ਸੁਨੇਹਾ ਸੀ ਕਿ ਨਕਲੀ ਨਿਰੰਕਾਰੀਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚ ਆ ਕੇ ਗੁਰੂ ਸਾਹਿਬਾਨ ਪ੍ਰਤੀ ਮੰਦੀ ਸ਼ਬਦਾਵਲੀ ਵਰਤੀ ਹੈ। ਇਹਨਾਂ ਨੇ ਜਲੂਸ ਵੀ ਕੱਢਿਆ ਹੈ, ਗੇਟ ਬਣਵਾਏ ਹਨ ਤੇ ਪੁਲਿਸ ਰੱਖਿਆ ਵੀ ਇਹਨਾਂ ਨੂੰ ਹੈ। ਇਹਨਾਂ ਨੂੰ ਬਾਦਲ ਦੀ ਸਰਕਾਰ ਤੇ ਅਕਾਲੀਆਂ ਨੇ ਵੀ ਨਹੀਂ ਰੋਕਿਆ। ਇਹਨਾਂ ਨਕਲੀ ਨਿਰੰਕਾਰੀਆਂ ਨੂੰ ਸ਼ਾਂਤਮਈ ਢੰਗ ਨਾਲ ਰੋਕਣਾ ਚਾਹੀਦਾ ਹੈ। ਅਸੀਂ ਗੁਰੂ ਰਾਮਦਾਸ ਸਰਾਂ ਵਿੱਚ ਗਏ। ਸਰਾਂ ਦੇ ਵੱਡੇ ਹਾਲ ਵਿੱਚ, ਜਿੱਥੇ ਟਕਸਾਲ ਦੇ ਜਥੇ ਵਾਲੇ ਸਿੰਘ ਵੀ ਸਨ, ਅਸੀਂ ਸਾਰੇ ਬੈਠ ਗਏ ਤੇ ਸ਼ਬਦ ਪੜ੍ਹਨ ਲੱਗੇ। ਇੱਥੋਂ ਪਾਸੇ ਹੋ ਕੇ ਇੱਕ ਮੀਟਿੰਗ ਹੋਈ, ਜਿਸ ਵਿੱਚ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲੇ, ਭਾਈ ਫੌਜਾ ਸਿੰਘ, ਭਾਈ ਅਵਤਾਰ ਸਿੰਘ ਖੁੱਡਾ ਕੁਰਾਲਾ ਵਾਲੇ ਤੇ 4-5 ਹੋਰ ਸਿੰਘ ਸਨ। ਫਿਰ ਹਾਲ ਵਿੱਚ ਆ ਕੇ ਬਾਬਾ ਜਰਨੈਲ ਸਿੰਘ ਹੋਰਾਂ ਨੇ ਇਸ ਇਕੱਠ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਨਕਲੀ ਨਿਰੰਕਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਤੋੜਦੇ ਮਰੋੜਦੇ ਹਨ, ਸਿੱਖ ਗੁਰੂ ਸਾਹਿਬਾਨ ਪ੍ਰਤੀ ਮੰਦੀ ਬੋਲੀ ਦੀ ਵਰਤੋਂ ਕਰਦੇ ਹਨ ਤੇ ਉਹਨਾਂ ਦੇ ਸਮਾਗਮ ਵਿੱਚ ਆਪਣਾ ਸ਼ਾਂਤਮਈ ਰੋਸ ਪ੍ਰਗਟ ਕਰਨ ਲਈ ਕੁਝ ਸਿੰਘ ਉੱਥੇ ਜਾਣ। 5 ਜਥੇ ਬਣਾਏ ਗਏ। ਕੁਝ ਅਖੰਡ ਕੀਰਤਨੀ ਜਥੇ ਦੇ ਸਿੰਘ ਤੇ ਕੁਝ ਦਮਦਮੀ ਟਕਸਾਲ ਦੇ ਸਿੰਘ ਸਨ। ਇਹਨਾਂ ਸਾਰਿਆਂ ਦੇ ਮੁੱਖ ਜਥੇਦਾਰ ਭਾਈ ਫੌਜਾ ਸਿੰਘ ਨੂੰ ਅਗਵਾਈ ਕਰਨ ਲਈ ਕਿਹਾ ਗਿਆ। ਅਖੰਡ ਕੀਰਤਨੀ ਜਥੇ ਦੇ ਕੋਈ 150 ਸਿੰਘ ਸਨ ਤੇ ਬਾਕੀ ਦਮਦਮੀ ਟਕਸਾਲ ਦੇ ਨੌਜਵਾਨ ਸਨ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਕਿਹਾ ਕਿ ਇਹ ਸਿੱਖ ਕੌਮ ਨੂੰ ਚੁਣੌਤੀ ਹੈ। ਅਸੀਂ ਗੁਰੂ ਕੇ ਸਿੱਖ ਬੱਚੇ ਹਾਂ ਤੇ ਪਿਤਾ ਦੀ ਸ਼ਾਨ ਵਾਸਤੇ ਜਾਣਾ ਹੈ, ਹਮਲਾ ਕਰਨ ਦੇ ਹਿਸਾਬ ਨਾਲ ਨਹੀਂ ਜਾਣਾ, ਤੇ ਜੇ ਇਹ ਵਿਚਾਰ ਹੁੰਦਾ ਤਾਂ ਜਾਨੀ ਨੁਕਸਾਨ ਕਿਤੇ ਜ਼ਿਆਦਾ ਹੋਣਾ ਸੀ। ਬਾਣੀ ਸਿਮਰਨ ਕਰਦਿਆਂ ਜਾਣਾ ਹੈ। ਪਹਿਲੇ ਜਥੇ ਤੋਂ ਬਾਅਦ ਕੁਝ ਮਿੰਟਾਂ ਮਗਰੋਂ ਦੂਜਾ ਜਥਾ ਤੇ ਮੈਂ ਤੀਜੇ ਵਿੱਚ ਸੀ।
ਬਾਜ਼ਾਰ ਮਾਈ ਸੇਵਾ ਲੰਘ ਕੇ ਗੁਰੂ ਬਾਜ਼ਾਰ ਲੋਹਗੜ੍ਹ ਪਹੁੰਚ ਕੇ ਗੋਬਿੰਦਗੜ੍ਹ ਕਿਲ੍ਹੇ ਦੀ ਚਾਰਦੀਵਾਰੀ ਤੋਂ ਪਾਰ ਬੀ ਬਲਾਕ ਦੇ ਰੇਲਵੇ ਦੇ ਮੈਦਾਨ ਵਿੱਚ ਨਕਲੀ ਨਿਰੰਕਾਰੀਆਂ ਦਾ ਸਮਾਗਮ ਸੀ। ਅਸੀਂ ਕੋਈ 250 ਸਿੰਘ ਸੀ। ਮਿਲਟਰੀ ਗੇਟ ਲੰਘਦੇ ਹੀ ਪੁਲਿਸ ਇੰਸਪੈਕਟਰ ਅਨੂਪ ਸਿੰਘ ਦੀ ਜੀਪ ਆ ਗਈ ਤੇ ਉਹਨਾਂ ਨੇ ਬਾਹਰ ਆ ਕੇ ਸਾਨੂੰ ਰੁਕ ਜਾਣ ਲਈ ਕਿਹਾ। ਇਹ ਥਾਂ ਰੇਲਵੇ ਮੈਦਾਨ ਤੋਂ ਤਕਰੀਬਨ 300 ਗਜ ਦੀ ਦੂਰੀ 'ਤੇ ਸੀ। ਅਸੀਂ ਰੁਕ ਗਏ ਤੇ ਅਨੂਪ ਸਿੰਘ ਨੇ ਅਗਾਂਹ ਨਹੀਂ ਜਾਣ ਦਿੱਤਾ। ਅਸੀਂ ਕਿਹਾ ਕਿ ਸਾਡਾ ਰੋਸ ਵਿਖਾਵਾ ਹੈ, ਸਾਨੂੰ ਜਾਣ ਦਿਓ ਜਾਂ ਉਹਨਾਂ ਨੂੰ ਬੰਦ ਕਰਾਓ। ਉਹਨਾਂ ਕਿਹਾ ਕਿ ਮੈਂ ਬੰਦ ਕਰਾਉਂਦਾ ਹਾਂ। ਇਸ ਤੋਂ ਪਹਿਲਾਂ ਦੱਸ ਦਈਏ ਕਿ ਮੰਜੀ ਸਾਹਿਬ ਦੀਵਾਨ ਹੋ ਰਿਹਾ ਸੀ, ਜਿੱਥੇ ਬਾਬਾ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਜੀਵਨ ਸਿੰਘ ਉਮਰਾ ਨੰਗਲ ਸ਼ਾਇਦ MLA ਤੇ ਵਜ਼ੀਰ ਸਨ। ਉਹ ਵੀ ਸਟੇਜ ਤੇ ਸਨ। ਭਿੰਡਰਾਂਵਾਲੇ ਤਿੱਖੀ ਬੋਲੀ ਬੋਲਦੇ ਸਨ। ਮੈਂ ਹੈਰਾਨ ਸੀ ਕਿ ਉਮਰਾ ਨੰਗਲ ਨੂੰ ਕਹਿ ਰਹੇ ਸਨ, ਤੂੰ ਸਰਕਾਰ ਦਾ ਮੰਤਰੀ ਹੈ, ਕਿਸੇ SP ਨੂੰ ਫੋਨ ਕਰ ਤਾਂ ਕਿ ਕੋਈ ਕਿਸੇ ਕਿਸਮ ਦਾ ਫਸਾਦ ਨਾ ਹੋਵੇ। ਆਪਸ ਵਿੱਚ ਸਟੇਜ 'ਤੇ ਬਹਿਸ ਚੱਲਦੀ ਰਹੀ। ਉੱਥੋਂ ਹੀ ਪੈਰੋਂ ਨੰਗੇ ਇਹ ਲੋਕ ਚੱਲ ਕੇ ਆਏ ਸਨ। ਸਾਡੇ ਸਿੰਘ ਪੈਰੋਂ ਨੰਗੇ ਨਿਹੱਥੇ ਵਾਹਿਗੁਰੂ ਦਾ ਜਾਪ ਕਰਦੇ ਰੋਸ ਮੁਜ਼ਾਹਰਾ ਕਰਨ ਆਏ ਸਨ। ਨਕਲੀ ਨਿਰੰਕਾਰੀਆਂ ਨੂੰ ਇਹ ਪਤਾ ਚੱਲ ਗਿਆ ਕਿ ਸਿੱਖ ਨਿਹੱਥੇ ਹਨ। ਉਹ ਤਾਂ ਪੂਰੀ ਫਾਰਮੇਸ਼ਨ ਤੇ ਤਿਆਰੀ ਨਾਲ ਸਨ। ਉਹਨਾਂ ਵੱਲੋਂ ਡਾਂਗਾਂ ਤੇ ਫਿਰ ਮਾਰ ਕੁਟਾਪਾ ਸ਼ੁਰੂ ਹੋ ਗਿਆ। ਫੌਜਾ ਸਿੰਘ ਜੀ ਨੇ ਪੁਲਿਸ ਇੰਸਪੈਕਟਰ ਅਨੂਪ ਸਿੰਘ ਨੂੰ ਕਿਹਾ ਕਿ ਇਹ ਸਭ ਰੁਕਵਾਓ। ਅਨੂਪ ਸਿੰਘ ਨੇ ਉਹਨਾਂ ਨੂੰ ਪਿਛਾਂਹ ਕਰਨ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕਿਆ। ਨਕਲੀ ਨਿਰੰਕਾਰੀਆਂ ਨੇ ਵੇਖ ਲਿਆ ਕਿ ਇਹ ਤਾਂ ਗਤਕਈ ਹਨ ਤੇ ਇਹਨਾਂ ਦਾ ਸਾਡੀਆਂ ਡਾਂਗਾਂ ਨਾਲ ਕੁਝ ਵਿਗੜਨਾ ਨਹੀਂ। ਫਿਰ ਉਹਨਾਂ ਨੇ ਰੋੜੇ ਵੱਟੇ ਸਿੰਘਾਂ 'ਤੇ ਵਿਰਾਏ ਜਿਵੇਂ ਮੀਂਹ ਪੈਂਦਾ ਹੋਵੇ। ਕਈ ਸਿੰਘਾਂ ਨੂੰ ਪੱਥਰ ਵੱਜੇ ਤਾਂ ਅਸੀਂ ਵੀ ਉਹੀ ਰੋੜੇ ਵੱਟੇ ਚੁੱਕ ਕੇ ਉਹਨਾਂ ਦੇ ਵਿਰਾਏ। ਫਿਰ ਨਕਲੀ ਨਿਰੰਕਾਰੀਆਂ ਨੇ ਤੇਜ਼ਾਬ ਦੀਆਂ ਬੋਤਲਾਂ ਮਾਰੀਆਂ। ਬਹੁਤੇ ਸਿੰਘ ਨੰਗੇ ਪੈਰੀ ਸਨ। ਸਾਰੀ ਸੜਕ 'ਤੇ ਕੱਚ ਹੀ ਕੱਚ ਹੋ ਗਿਆ। ਉੱਪਰੋਂ ਗਰਮੀ, ਪੈਰਾਂ ਹੇਠਾਂ ਟੁੱਟੇ ਹੋਏ ਸ਼ੀਸ਼ੇ ਤੇ ਤੇਜ਼ਾਬ ਨਾਲ ਸਿੰਘਾਂ ਦੇ ਪੈਰ ਜ਼ਖਮੀ ਹੋ ਗਏ। ਅਨੂਪ ਸਿੰਘ ਦੱਸਦਾ ਹੈ ਕਿ ਫਿਰ ਫੌਜਾ ਸਿੰਘ ਜੀ ਅੱਗੇ ਵਧੇ ਅਤੇ ਉੱਪਰੋਂ ਨਕਲੀ ਨਿਰੰਕਾਰੀ ਵੀ ਅੱਗੇ ਵਧਣ ਸ਼ੁਰੂ ਹੋ ਗਏ। ਮੈਂ ਤਾਂ ਇੰਨਾ ਚਿਰ ਰੋਕੀ ਰੱਖਿਆ ਸੀ। ਇੰਨੇ ਨੂੰ ਇੱਕ ਸਿੰਘ ਕਿਰਪਾਨ ਲੈ ਕੇ ਬੋਲੇ ਸੋ ਨਿਹਾਲ ਬੋਲਦਾ ਪਿੱਛੋਂ ਦੀ ਦੌੜ ਕੇ ਆਇਆ ਤੇ ਉਸ ਨੂੰ ਨਕਲੀ ਨਿਰੰਕਾਰੀਆਂ ਨੇ ਲਾਠੀਆਂ ਮਾਰ ਮਾਰ ਕੇ ਸੁੱਟ ਲਿਆ ਤੇ ਉੱਥੇ ਹੀ ਉਸ ਦੀ ਮੌਤ ਹੋ ਗਈ। ਫਿਰ ਬਾਕੀ ਸਿੰਘ ਵੀ ਅੱਗੇ ਆ ਗਏ ਤੇ ਆਪਸ ਵਿੱਚ ਠੱਕ ਠੱਕ ਹੋਣੀ ਸ਼ੁਰੂ ਹੋ ਗਈ। ਪੁਲਿਸ ਵਾਲੇ ਆਸੇ-ਪਾਸੇ ਹੋ ਗਏ। ਮੈਂ ਵੀ ਇੱਕ ਟਰੱਕ ਦੇ ਓਹਲੇ ਹੋ ਗਿਆ। ਫਿਰ ਗੋਲੀਆਂ ਦੀ ਆਵਾਜ਼ ਆਉਣੀ ਸ਼ੁਰੂ ਹੋ ਗਈ। ਇਹ ਮਾਰਨ ਵਾਲੇ ਉਹੀ ਬੰਦੇ ਸਨ ਨਕਲੀ ਨਿਰੰਕਾਰੀਆਂ ਦੇ, ਜਿਨ੍ਹਾਂ ਦੀਆਂ ਬੰਦੂਕਾਂ ਪਈਆਂ ਸਨ ਤੇ ਮੈਂ ਵੇਖੀਆਂ ਸਨ। ਅਸੀਂ ਹੰਝੂ ਗੈਸ ਚਲਾਈ। ਉਹਨਾਂ ਨੇ ਟਰੱਕਾਂ ਦੇ ਓਹਲੇ ਹੋ ਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਕੁਝ ਡਿੱਗ ਪਏ ਤੇ ਬਾਕੀ ਪਿਛਾਂਹ ਭੱਜ ਗਏ। ਉੱਥੇ ਗੁਰਦਿਆਲ ਸਿੰਘ ਪੁਲਿਸ ਵਾਲਾ ਭਾਈ ਫੌਜਾ ਸਿੰਘ ਨੂੰ ਮਿਲ ਗਿਆ। ਭਾਈ ਫੌਜਾ ਸਿੰਘ ਜੀ ਨੇ ਕਿਹਾ ਕਿ ਤੁਸੀਂ ਸਾਡੇ ਬੰਦੇ ਮਰਵਾ ਦਿੱਤੇ ਹਨ ਤੇ ਆਹ ਆਪਣਾ ਰਿਵਾਲਵਰ ਮੈਨੂੰ ਦੇ। ਉਸਨੇ ਰਿਵਾਲਵਰ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ। ਭਾਈ ਫੌਜਾ ਸਿੰਘ ਦੇ ਹੱਥਾਂ 'ਚ ਰਿਵਾਲਵਰ ਦਾ ਹੋਲਸਟਰ ਆ ਗਿਆ। ਗੁਰਦਿਆਲ ਸਿੰਘ ਨੇ ਆਪਣੇ ਰਿਵਾਲਵਰ ਨਾਲ ਭਾਈ ਫੌਜਾ ਸਿੰਘ ਨੂੰ ਗੋਲੀਆਂ ਮਾਰ ਦਿੱਤੀਆਂ ਤੇ ਉਹ ਉੱਥੇ ਡਿੱਗ ਪਏ। ਇਹ ਵੀ ਪਤਾ ਲੱਗਾ ਸੀ ਕਿ ਇਹ ਗੋਲੀ DSP ਜੋਸ਼ੀ ਨੇ ਭਾਈ ਸਾਹਿਬ ਦੀ ਪੁੜਪੜੀ ਵਿੱਚ ਪਾਸੇ ਤੋਂ ਮਾਰੀ ਸੀ, ਜਿਹੜੀ ਕਿ ਉਹਨਾਂ ਦੀ ਅੱਖ ਵਿੱਚ ਲੱਗੀ ਸੀ, ਕਿਉਂਕਿ ਜੋਸ਼ੀ ਨਾਲ ਪਹਿਲੀਆਂ ਘਟਨਾਵਾਂ ਵਿੱਚ ਵੀ ਭਾਈ ਸਾਹਿਬ ਦਾ ਟਕਰਾਅ ਹੋ ਚੁੱਕਾ ਸੀ। ਗੁਰਦਿਆਲ ਸਿੰਘ ਨੇ ਛਾਲ ਮਾਰੀ ਤੇ ਉੱਧਰ ਚਲਾ ਗਿਆ। ਇਹ ਗੱਲ ਮੈਨੂੰ ਇੱਕ ਸਿਪਾਹੀ ਨੇ ਦੱਸੀ। ਅਸੀਂ ਜਿੱਧਰ ਵੀ ਗਏ ਕੋਈ ਨਾ ਕੋਈ ਮਰਿਆ ਪਿਆ ਸੀ ਜਾਂ ਕੋਈ ਸਿਸਕ ਰਿਹਾ ਸੀ। ਅਸੀਂ ਗੱਡੀਆਂ 'ਚ ਪਾ ਕੇ ਹਸਪਤਾਲ ਲੈ ਗਏ। ਅਸੀਂ ਸੋਚਿਆ ਕਿ ਵਿਸਾਖੀ ਵਾਲੇ ਦਿਨ 13 ਬੰਦੇ ਮਾਰੇ ਗਏ ਹਨ। ਇਹਨਾਂ ਵਿੱਚੋਂ 11 ਤਾਂ ਅਖੰਡ ਕੀਰਤਨੀ ਜਥੇ ਵਾਲੇ ਸਨ। ਅਸੀਂ ਸੋਚਿਆ ਕਿ ਬੰਦੇ ਫੜ ਲਈਏ, ਜਿਸ ਕੋਲ ਵੈਪਨ ਹੈ ਜਾਂ ਜਿਸ ਨੂੰ ਖੂਨ ਲੱਗਾ ਹੈ ਉਸ ਨੂੰ ਫੜ ਲਈਏ। ਜਦੋਂ ਫੜਫੜੀ ਸ਼ੁਰੂ ਹੋਈ ਤਾਂ ਨਕਲੀ ਨਿਰੰਕਾਰੀ ਦੌੜ ਗਏ। ਸੋਚਿਆ ਕਿ ਵਿਸਾਖੀ ਦਾ ਦਿਨ ਹੈ ਤੇ ਜਦੋਂ ਹਜ਼ਾਰਾਂ ਸਿੰਘ ਚੱਲ ਪਏ ਤਾਂ ਬਹੁਤ ਵੱਡਾ ਖੂਨ ਖਰਾਬਾ ਹੋ ਸਕਦਾ ਹੈ। ਸੋ ਚੰਗਾ ਇਹੀ ਹੈ ਕਿ ਨਕਲੀ ਨਿਰੰਕਾਰੀਆਂ ਦੇ ਮੁਖੀ ਨੂੰ ਇੱਧਰੋਂ ਕੱਢ ਦਈਏ। ਫਿਰ ਪਤਾ ਨਹੀਂ ਕਿ ਕਿਸ ਨੇ ਗੱਡੀ ਦਿੱਤੀ, ਕਿਸ ਨੇ ਐਸਕੌਰਟ ਦਿੱਤੀ ਤੇ ਉਸ ਨੂੰ ਅੰਬਾਲੇ ਤੱਕ ਛੱਡ ਆਏ। ਸਾਡੇ ਵੱਲੋਂ ਹੰਝੂ ਗੈਸ ਛੱਡਣ ਤੋਂ ਬਾਅਦ ਦੋਵੇਂ ਧਿਰਾਂ ਭੱਜ ਗਈਆਂ ਸਨ, ਪਰ ਨਕਲੀ ਨਿਰੰਕਾਰੀਆਂ ਨੇ ਗੋਲੀਆਂ ਨਾਲ ਬੰਦੇ ਮਾਰੇ ਸਨ। ਸਾਡੀ ਹਮਦਰਦੀ ਸਿੰਘਾਂ ਨਾਲ ਤਾਂ ਸੀ
ਦਰਅਸਲ ਸਿੰਘਾਂ ਦਾ ਮੰਤਵ ਤਾਂ ਇਹ ਸੀ ਕਿ ਸਮਾਗਮ ਬੰਦ ਹੋਵੇ। ਨਕਲੀ ਨਿਰੰਕਾਰੀ ਤਿਆਰੀ ਕਰਕੇ ਆਏ ਸਨ ਤੇ ਬੰਦੂਕਾਂ ਲੈ ਕੇ ਆਏ ਸਨ। ਅਸੀਂ 503 ਦਾ ਪਰਚਾ ਦਰਜ ਕਰ ਲਿਆ ਤੇ ਨਿਰੰਕਾਰੀ ਭਵਨ ਦੀਆਂ ਬਾਕੀ ਥਾਵਾਂ 'ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਕੋਠੀ ਨਾਲ ਹੀ ਸੀ। ਕੋਠੀ ਦੀ ਤਲਾਸ਼ੀ ਦੀ ਡਿਊਟੀ ਮੇਰੀ ਲੱਗੀ। ਉਹਨਾਂ ਦੇ ਮੁਖੀ ਦਾ ਜਵਾਈ ਤਲਾਸ਼ੀ ਵੇਲੇ ਨਾਲ ਸੀ ਤੇ ਕਹਿਣ ਲੱਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਸਿਆਹੀ ਨਾਲ ਲਿਖੇ ਹੋਇਆ ਹੈ ਤੇ ਤੁਹਾਨੂੰ ਪਤਾ ਹੈ ਕਿ ਸਿਆਹੀ ਕਿੰਨੀ ਗੰਦਗੀ ਨਾਲ ਬਣਾਈ ਜਾਂਦੀ ਹੈ। ਅਸੀਂ ਤਾਂ ਸਿੱਖਾਂ ਨੂੰ ਕੁਝ ਕਹਿੰਦੇ ਹੀ ਨਹੀਂ। ਮੈਂ ਬੜਾ ਹੈਰਾਨ ਹੋਇਆ ਪਰ ਚੁੱਪ ਰਿਹਾ। ਅਸੀਂ ਤਲਾਸ਼ੀ ਲਈ ਪਰ ਕੋਈ ਖਾਸ ਸਮਾਨ ਨਾ ਮਿਲਿਆ। ਅਸੀਂ ਨਿਰੰਕਾਰੀ ਭਵਨ 'ਚੋਂ ਬੰਦੇ ਫੜ ਲਏ। ਪਰਚਾ ਦਰਜ ਹੋ ਗਿਆ ਤੇ ਨਕਲੀ ਨਿਰੰਕਾਰੀ ਸੁਪਰੀਮ ਕੋਰਟ ਵਿੱਚ ਚਲੇ ਗਏ ਕਿ ਕੇਸ ਪੰਜਾਬ ਵਿੱਚ ਨਹੀਂ ਚੱਲਣਾ ਚਾਹੀਦਾ। ਸੁਪਰੀਮ ਕੋਰਟ ਨੇ ਕਿਹਾ ਕਿ ਕੇਸ ਪੰਜਾਬ ਤੋਂ ਬਾਹਰ ਲੈ ਜਾਓ, ਪਰ ਇਸੇ ਹਾਈ ਕੋਰਟ ਦੇ ਅਧੀਨ ਰਹਿਣਾ ਚਾਹੀਦਾ ਹੈ। ਖੈਰ ਕੇਸ ਕਰਨਾਲ ਚੱਲ ਪਿਆ ਤੇ ਮੈਂ ਹਰ ਪੱਛੀ 'ਤੇ ਜਾਂਦਾ ਰਿਹਾ। ਕੇਸ ਦਾ ਫੈਸਲਾ ਨਕਲੀ ਨਿਰੰਕਾਰੀਆਂ ਦੇ ਹੱਕ ਵਿੱਚ ਹੋਇਆ ਤੇ ਜਦੋਂ ਅਪੀਲ ਦਾ ਸਮਾਂ ਆਇਆ ਤਾਂ ਉਸ ਵੇਲੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ। ਮੁੱਖ ਮੰਤਰੀ ਦਰਬਾਰਾ ਸਿੰਘ ਨੇ ਫੈਸਲਾ ਲਿਆ ਕਿ ਸੈਸ਼ਨ ਕੋਰਟ ਦੇ ਫੈਸਲੇ ਵਿਰੁੱਧ ਕੋਈ ਅਪੀਲ ਨਹੀਂ ਕਰਨੀ ਤੇ ਇਹੀ ਗੱਲ ਕਾਂਗਰਸ ਦੇ ਜ਼ਿੰਮੇ ਲੱਗਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਨੂੰ ਵੇਖ ਕੇ ਅਜਿਹੇ ਹਾਲਾਤਾਂ ਵਿੱਚ ਨੌਜਵਾਨ ਜੋਸ਼ੀਲੇ ਸੂਰਬੀਰ ਸਿੰਘ ਭਾਈ ਰਣਜੀਤ ਸਿੰਘ ਜੀ ਕਿਵੇਂ ਚੁੱਪ ਰਹਿ ਸਕਦੇ ਸਨ। ਉਹਨਾਂ ਨੇ ਦੁਸ਼ਟ ਨਕਲੀ ਬਾਬੇ ਨੂੰ ਸੋਧਣ ਲਈ ਹੀਲਾ ਵਸੀਲਾ ਬਣਾਉਣਾ ਸ਼ੁਰੂ ਕਰ ਦਿੱਤਾ। ਹੋਰ ਵੀ ਕਾਫੀ ਆਪਣੇ ਵਸੀਲਿਆਂ ਰਾਹੀਂ ਹਥਿਆਰ ਪ੍ਰਾਪਤ ਕਰਕੇ ਇਸ ਦੁਸ਼ਟ ਨੂੰ ਸੋਧਣ ਦੀ ਸਕੀਮ ਬਣਾ ਰਹੇ ਸਨ, ਪਰ ਇਸ ਦੀ ਸੁਰੱਖਿਆ ਬਹੁਤ ਤਗੜੀ ਹੋਣ ਕਰਕੇ ਕੋਈ ਕਾਮਯਾਬੀ ਪੱਲੇ ਨਹੀਂ ਪੈ ਰਹੀ ਸੀ। ਗੁਰੂ ਸਾਹਿਬ ਜੀ ਵੱਲੋਂ ਬਖਸ਼ੀ ਸੇਧ ਰਾਹੀਂ ਭਾਈ ਸਾਹਿਬ ਜੀ ਨੇ ਪਹਿਲਾਂ ਕਿਸੇ ਬਹਾਨੇ ਨਕਲੀ ਨਿਰੰਕਾਰੀਆਂ ਦੇ ਹੈੱਡਕੁਆਟਰ ਨਵੀਂ ਦਿੱਲੀ ਵਿੱਚ ਦਾਖਲ ਹੋਣ ਦੀ ਸਕੀਮ ਬਣਾਈ। ਫਿਰ ਕਿਸੇ ਵਸੀਲੇ ਹਥਿਆਰ ਅੰਦਰ ਲਿਜਾ ਕੇ ਇਸ ਕਾਰਜ ਨੂੰ ਸਿਰੇ ਚਾੜਨ ਦੀ ਵਿਉਂਤ ਬਣਾਈ। ਉਹਨਾਂ ਦਿੱਲੀ ਜਾ ਕੇ ਲੱਕੜੀ ਦੇ ਮਿਸਤਰੀ ਦਾ ਕੰਮ ਸ਼ੁਰੂ ਕਰ ਦਿੱਤਾ। ਫਿਰ ਕੁਝ ਨਕਲੀ ਨਿਰੰਕਾਰੀਆਂ ਨਾਲ ਸੰਬੰਧ ਬਣਾ ਕੇ ਉੱਪਰੋਂ ਇਹਨਾਂ ਦਾ ਸ਼ਰਧਾਲੂ ਬਣ ਕੇ ਇਹਨਾਂ ਦੇ ਕੁਸੰਗਾਂ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਸੰਨ 1979 ਦੇ ਸ਼ੁਰੂ ਵਿੱਚ ਨਿਰੰਕਾਰੀ ਭਵਨ ਵਿੱਚ ਆਉਣ ਜਾਣ ਬਣ ਗਿਆ। ਹੌਲੀ ਹੌਲੀ ਇਹਨਾਂ ਨੇ ਨਿਰੰਕਾਰੀ ਭਵਨ ਵਿੱਚ ਹੀ ਲੱਕੜੀ ਦੇ ਮਿਸਤਰੀ ਦੀ ਨੌਕਰੀ ਪ੍ਰਾਪਤ ਕਰ ਲਈ। ਇਹਨਾਂ ਨੂੰ ਰਿਹਾਇਸ਼ ਵੀ ਭਵਨ ਦੇ ਅੰਦਰ ਹੀ ਮਿਲ ਗਈ। ਇਸ ਤਰ੍ਹਾਂ ਭਾਈ ਸਾਹਿਬ ਜੀ ਨੇ ਨਕਲੀ ਬਾਬੇ ਦੀਆਂ ਗਤੀਵਿਧੀਆਂ, ਆਉਣ ਜਾਣ ਦਾ ਸਮਾਂ ਅਤੇ ਅੰਦਰਲੀ ਸਾਰੀ ਜਾਣਕਾਰੀ ਪ੍ਰਾਪਤ ਕਰਨੀ ਸ਼ੁਰੂ ਕਰ ਦਿੱਤੀ। ਫਿਰ ਅਗਲਾ ਕਦਮ ਸੀ ਹਥਿਆਰ ਪ੍ਰਾਪਤ ਕਰਨ ਦਾ। ਗੁਰੂ ਨੇਤ ਅਨੁਸਾਰ ਇਹਨਾਂ ਦਾ ਮਿਲਾਪ ਭਾਈ ਕਾਬਲ ਸਿੰਘ ਜੀ ਨਾਲ ਹੋਇਆ, ਜੋ ਕਿ ਪਹਿਲਾਂ ਹੀ ਇਸ ਉਦੇਸ਼ ਲਈ ਦਿੱਲੀ ਆਇਆ ਹੋਇਆ ਸੀ। ਉਸ ਦੀ ਸਹਾਇਤਾ ਨਾਲ ਇਹਨਾਂ ਨੇ 2 ਹਥਿਆਰ, ਇੱਕ ਆਟੋਮੈਟਿਕ ਕਾਰਬਾਈਨ ਅਤੇ ਇੱਕ ਰਿਵਾਲਵਰ ਦਾ ਪ੍ਰਬੰਧ ਕਰ ਲਿਆ। ਫਿਰ ਲੱਕੜੀ ਦੇ ਸ਼ਤੀਰ ਵਿੱਚ ਲੁਕੋ ਕੇ ਅੰਦਰ ਲਿਜਾਣ ਵਿੱਚ ਕਾਮਯਾਬ ਹੋ ਗਏ। ਭਾਈ ਸਾਹਿਬ ਜੀ ਨੇ ਆਪਣੇ ਮਿੱਠ ਬੋਲੜੇ ਅਤੇ ਮਿਲਾਪੜੇ ਸੁਭਾਅ ਕਾਰਨ ਅੰਦਰ ਸੁਰੱਖਿਆ ਕਰਮਚਾਰੀਆਂ ਅਤੇ ਹੋਰ ਸੇਵਾਦਾਰਾਂ ਵਿੱਚ ਕਾਫੀ ਵਿਸ਼ਵਾਸ ਬਣਾ ਲਿਆ ਹੋਇਆ ਸੀ ਅਤੇ ਲੱਕੜੀ ਦਾ ਮਿਸਤਰੀ ਹੋਣ ਕਾਰਨ ਹਥਿਆਰ ਅੰਦਰ ਲਿਜਾਣ ਸਮੇਂ ਇਹਨਾਂ ਦੀ ਬਹੁਤੀ ਪੁੱਛਗਿੱਛ ਵੀ ਨਹੀਂ ਕੀਤੀ ਗਈ। ਭਾਈ ਸਾਹਿਬ ਜੀ ਨੂੰ ਪਤਾ ਸੀ ਕਿ ਇਹ ਨਕਲੀ ਬਾਬਾ ਦਿੱਲੀ ਦੀਆਂ ਬਸਤੀਆਂ ਵਿੱਚ ਸ਼ਾਮ ਨੂੰ ਆਪਣੀ ਪਤਨੀ ਸਮੇਤ ਇਕੱਠ ਕਰਨ ਜਾਂਦਾ ਹੈ। ਭਾਈ ਸਾਹਿਬ ਜੀ ਦਾ ਰਿਹਾਇਸ਼ੀ ਕਮਰਾ ਵੀ ਭਵਨ ਦੇ ਗੇਟ ਦੇ ਬਿਲਕੁਲ ਨੇੜੇ ਸੀ। ਦੂਸਰੇ ਸਾਥੀ ਨੂੰ ਆਪਣੇ ਸਕੇ ਮਾਮੇ ਦਾ ਪੁੱਤਰ ਦੱਸ ਕੇ ਅੰਦਰ ਲਿਜਾਣ ਵਿੱਚ ਕਾਮਯਾਬ ਹੋ ਗਏ। ਮਿਤੀ 24 ਅਪ੍ਰੈਲ 1980 ਦੀ ਸ਼ਾਮ ਨੂੰ ਇਹ ਨਕਲੀ ਬਾਬਾ ਮੁਲਤਾਨੀ ਢਾਡਾ ਦਿੱਲੀ ਵਿੱਚ ਇਕੱਠ ਕਰਨ ਗਿਆ। ਭਾਈ ਸਾਹਿਬ ਜੀ ਨੇ ਪਹਿਲਾਂ ਹੀ ਇਸ ਦੀ ਆਵਾਜਾਈ 'ਤੇ ਨਜ਼ਰ ਰੱਖੀ ਹੋਈ ਸੀ ਅਤੇ ਇਹ ਵੀ ਪਤਾ ਸੀ ਕਿ ਇਹ 10-11 ਵਜੇ ਤੱਕ ਵਾਪਸ ਆਉਂਦਾ ਹੈ। ਇਸ ਤੋਂ ਪਹਿਲਾਂ ਇਹਨਾਂ ਉੱਥੋਂ ਸੁਰੱਖਿਅਤ ਨਿਕਲਣ ਵਾਸਤੇ ਵੀ ਸਕੀਮ ਬਣਾ ਰੱਖੀ ਸੀ। ਰਿਹਾਇਸ਼ੀ ਕਮਰੇ ਦੇ ਨਾਲ ਦੇ ਬਾਥਰੂਮ ਦਾ ਰੋਜ਼ਦਾਨਾ ਤੋੜ ਕੇ ਕਮਰੇ ਦੇ ਪਿਛਲੇ ਪਾਸੇ ਤੋਂ ਗੰਦੇ ਪਾਣੀ ਦੇ ਨਿਕਾਸ ਲਈ ਲੱਗੀਆਂ PVC ਪਾਈਪਾਂ, ਜਿਨ੍ਹਾਂ ਰਾਹੀਂ ਉਹ ਵਾਰਦਾਤ ਤੋਂ ਬਾਅਦ ਹੇਠਾਂ ਉਤਰ ਕੇ ਸੁਰੱਖਿਅਤ ਨਿਕਲ ਸਕਦੇ ਸਨ, ਕਿਉਂਕਿ ਇਸ ਪਾਸੇ ਗੰਦਾ ਨਾਲਾ ਹੋਣ ਕਾਰਨ ਕੋਈ ਆਬਾਦੀ ਵੀ ਨਹੀਂ ਸੀ ਅਤੇ ਹਨੇਰਾ ਹੀ ਹੁੰਦਾ ਸੀ। ਰਾਤ ਦੇ 10:35 ਦੇ ਨਕਲੀ ਬਾਬਾ ਆਪਣੀ ਪਤਨੀ ਸਮੇਤ ਕਾਰ ਵਿੱਚ ਗੇਟ 'ਤੇ ਪਹੁੰਚਿਆ ਅਤੇ ਉਸ ਦੇ ਨਾਲ ਹੀ ਪ੍ਰਤਾਪ ਸਿੰਘ ਸਿੰਧੀ ਕਮਾਂਡਰ ਇਨ ਚੀਫ ਨਕਲੀ ਸੈਨਾ ਵੀ ਸੀ। ਭਾਈ ਸਾਹਿਬ ਜੀ ਪਹਿਲਾਂ ਹੀ ਨਿਸ਼ਾਨਾ ਬੰਨ੍ਹ ਕੇ ਸ਼ਿਕਾਰ ਦੀ ਉਡੀਕ ਵਿੱਚ ਬੈਠੇ ਸਨ। ਗੇਟ 'ਤੇ ਕਾਰ ਪਹੁੰਚਦੇ ਹੀ ਭਾਈ ਸਾਹਿਬ ਜੀ ਨੇ ਆਪਣੀ ਆਟੋਮੈਟਿਕ ਕਾਰਬਾਈਨ ਰਾਹੀਂ
ਉਹਨਾਂ ਉੱਪਰ ਇੱਕਦਮ ਗੋਲੀਆਂ ਦੀ ਐਸੀ ਵਰਖਾ ਕੀਤੀ ਕਿ ਨਕਲੀ ਬਾਬਾ ਅਤੇ ਉਸ ਦੀ ਨਕਲੀ ਸੈਨਾ ਦਾ ਕਮਾਂਡਰ ਇਨ ਚੀਫ ਥਾਂ 'ਤੇ ਹੀ ਚਿੱਤ ਹੋ ਗਏ। ਉਸ ਦੇ ਸੁਰੱਖਿਆ ਗਾਰਡਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਗੋਲੀ ਕਿੱਧਰੋਂ ਆਈ ਹੈ। ਇਸ ਤਰ੍ਹਾਂ ਦੀ ਕਾਰਵਾਈ ਦਾ ਕੋਈ ਵੀ ਅੰਦਾਜ਼ਾ ਹੀ ਨਹੀਂ ਲੱਗ ਸਕਦਾ ਸੀ ਕਿ ਇਤਨੀ ਤਗੜੀ ਸੁਰੱਖਿਆ ਹੁੰਦਿਆਂ ਇਸ ਨਕਲੀ ਬਾਬੇ ਦਾ ਕੋਈ ਵਾਲ ਵੀ ਵਿੰਗਾ ਕਰ ਸਕੇਗਾ। ਪਹਿਲਾਂ ਹੀ ਬਣਾਈ ਸਕੀਮ ਅਧੀਨ ਭਾਈ ਸਾਹਿਬ ਜੀ ਅਤੇ ਉਹਨਾਂ ਦਾ ਸਾਥੀ ਰੋਸ਼ਨਦਾਨ ਰਾਹੀਂ ਨਿਕਲ ਕੇ ਕਮਰੇ ਦੇ ਪਿਛਲੇ ਪਾਸੇ ਗੰਦੇ ਪਾਣੀ ਦੀਆਂ ਪਾਈਪਾਂ ਰਾਹੀਂ ਲਮਕ ਕੇ ਹੇਠਾਂ ਗੰਦੇ ਨਾਲੇ ਦੇ ਕੰਢੇ ਉੱਪਰ ਉਤਰ ਗਏ। ਹੇਠਾਂ ਉਤਰਨ ਵੇਲੇ ਉਹਨਾਂ ਦੇ ਕੱਪੜੇ ਵੀ ਪਾੜ ਗਏ ਅਤੇ ਸਰੀਰ ਉੱਪਰ ਝਰੀਟਾਂ ਵੀ ਆਈਆਂ। ਉੱਥੇ ਹਨੇਰਾ ਹੋਣ ਕਾਰਨ ਦੋਹਾਂ ਨੂੰ ਭੱਜਣ ਵਿੱਚ ਕਾਫੀ ਸਹਾਇਤਾ ਮਿਲੀ। ਨਾਲੇ ਦੇ ਵਿੱਚੋਂ ਵਿੱਚ ਹੀ ਹੁੰਦੇ ਹੋਏ ਕਾਫੀ ਪੈਂਡਾ ਤੈਅ ਕਰਕੇ ਅੱਗੋਂ ਜਮਨਾ ਦਰਿਆ ਵਾਲੇ ਪਾਸਿਓਂ ਹੋ ਕੇ ਰਾਤੋਂ ਰਾਤ ਪੈਦਲ ਚੱਲ ਕੇ ਤੜਕੇ ਸਵੇਰੇ ਤੱਕ ਦਿੱਲੀ ਦਾ ਬਾਰਡਰ ਪਾਰ ਕਰ ਲਿਆ। ਫਿਰ ਖੁੱਲ੍ਹੇ ਖੇਤ ਵਿੱਚ ਕਿਸੇ ਚੱਲ ਰਹੇ ਟਿਊਬਵੈੱਲ 'ਤੇ ਇਸ਼ਨਾਨ ਕੀਤਾ ਅਤੇ ਕੱਪੜੇ ਬਦਲੇ। ਇਸ ਵਾਰਦਾਤ ਤੋਂ ਬਾਅਦ ਦਿੱਲੀ ਦੇ ਚੱਪੇ ਚੱਪੇ 'ਤੇ ਪੁਲਿਸ ਨਾਕੇ ਲਗਾ ਦਿੱਤੇ ਗਏ। ਹਰਿਆਣੇ ਵਿੱਚ ਦਾਖਲ ਹੋ ਕੇ ਇਹ ਜੋੜਾ ਰੇਲਵੇ ਲਾਈਨ ਪਾਸ ਨੂੰ ਤੁਰ ਪਿਆ ਅਤੇ ਅੱਗੋਂ ਕਿਸੇ ਪਿੰਡ ਦੇ ਛੋਟੇ ਸਟੇਸ਼ਨ ਤੋਂ ਗੱਡੀ 'ਤੇ ਸਵਾਰ ਹੋ ਕੇ ਸਵੇਰੇ ਤਾਈਂ ਪਾਣੀਪਤ ਪੁੱਜ ਗਿਆ। ਉੱਥੋਂ ਸ਼ਾਨੇ ਪੰਜਾਬ ਗੱਡੀ ਰਾਹੀਂ ਪੰਜਾਬ ਪਹੁੰਚ ਕੇ ਅਗਿਆਤਵਾਸ ਹੋ ਗਿਆ। ਇਸ ਤਰ੍ਹਾਂ ਤਕਰੀਬਨ 3.5 ਸਾਲ ਉਹ ਵੱਖ-ਵੱਖ ਗੁਰਸਿੱਖਾਂ ਦੇ ਘਰਾਂ ਡੇਰਿਆਂ 'ਤੇ ਰਹੇ ਅਤੇ ਸਮਾਂ ਬਤੀਤ ਕਰਦੇ ਰਹੇ। ਇਸ ਸਮੇਂ ਤੱਕ ਆਪ ਜੀ ਅਜੇ ਗੁਰੂ ਵਾਲੇ ਨਹੀਂ ਬਣੇ ਸਨ ਅਤੇ ਹੁਣ ਗੁਪਤ ਤੌਰ 'ਤੇ ਵਿਚਰਦਿਆਂ ਕੁਝ ਗੁਰਸਿੱਖਾਂ ਵੱਲੋਂ ਪ੍ਰੇਰਨਾ ਦੇਣ 'ਤੇ 1981 ਵਿੱਚ ਬੰਬਈ ਇੱਕ ਅੰਮ੍ਰਿਤ ਸੰਚਾਰ ਸਮਾਗਮ 'ਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਅਤੇ ਗੁਰੂ ਕੇ ਸਚਿਆਰ ਸਿੱਖ ਬਣ ਗਏ। ਕੁਝ ਸਮੇਂ ਬਾਅਦ ਭਾਈ ਸਾਹਿਬ ਜੀ ਇਸ ਤਰ੍ਹਾਂ ਘਰੋਂ ਬੇਘਰ ਹੋ ਕੇ ਜ਼ਿੰਦਗੀ ਬਤੀਤ ਕਰਨ ਦੇ ਉਪਰਾਮ ਹੋ ਗਏ, ਕਿਉਂਕਿ ਉਹਨਾਂ ਦੀ ਉਮਰ ਅਜੇ 27-28 ਸਾਲ ਦੀ ਹੀ ਸੀ ਅਤੇ ਬਾਕੀ ਸਾਰੀ ਉਮਰ ਲੋਕਾਂ 'ਤੇ ਨਿਰਭਰ ਹੋ ਕੇ ਲੁਕ ਛਿਪ ਕੇ ਕਿਤਨਾ ਕੁ ਚਿਰ ਬਿਤਾਉਣਗੇ। ਉੱਧਰੋਂ ਕੁਝ ਪੰਥਕ ਲੀਡਰਾਂ ਖਾਸ ਕਰ ਜਥੇਦਾਰ ਗੁਰਚਰਨ ਸਿੰਘ ਤੌੜਾ, ਸੰਤ ਹਰਚੰਦ ਸਿੰਘ ਲੰਗੋਵਾਲ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਜੇਕਰ ਆਪ ਅਦਾਲਤ ਵਿੱਚ ਪੇਸ਼ ਹੋ ਜਾਓ ਤਾਂ ਅਸੀਂ ਕੇਂਦਰੀ ਸਰਕਾਰ ਨਾਲ ਗੱਲਬਾਤ ਕਰਕੇ 1 ਸਾਲ ਵਿੱਚ ਹੀ ਕੇਸ ਦਾ ਫੈਸਲਾ ਕਰਵਾ ਕੇ ਆਪ ਜੀ ਨੂੰ ਬਰੀ ਕਰਵਾ ਲਿਆਂਗੇ। ਸੋ ਇਸ ਭਰੋਸੇ 'ਤੇ ਭਾਈ ਸਾਹਿਬ ਜੀ ਅਕਤੂਬਰ 1983 ਵਿੱਚ ਦਿੱਲੀ ਦੀ ਅਦਾਲਤ ਵਿੱਚ ਆਪਣੇ ਆਪ ਨੂੰ ਪੇਸ਼ ਕਰ ਦਿੱਤਾ। ਹਿੰਦੁਸਤਾਨ ਦਾ ਕਾਨੂੰਨ ਹੀ ਅਜਿਹਾ ਹੈ ਕਿ ਅਦਾਲਤੀ ਫੈਸਲੇ ਹੋਣ ਲਈ ਇੱਥੇ ਕਈ ਦਹਾਕੇ ਲੱਗ ਜਾਂਦੇ ਹਨ। ਇਸ ਤਰ੍ਹਾਂ ਭਾਈ ਸਾਹਿਬ ਜੀ ਤਕਰੀਬਨ 13 ਸਾਲ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਰਹੇ, ਪਰ ਇਸ ਸਮੇਂ ਨੂੰ ਸਕਾਰਤ ਕਰਦੇ ਹੋਏ ਆਪ ਜੀ ਨੇ ਨਾਮ ਬਾਣੀ ਦੇ ਅਭਿਆਸ ਦੀ ਅਟੁੱਟ ਕਮਾਈ ਕੀਤੀ, ਬੇਅੰਤ ਬਾਣੀਆਂ ਕੰਠ ਕਰ ਲਈਆਂ ਅਤੇ ਨਾਲ ਹੀ ਸਿੱਖ ਇਤਿਹਾਸ ਦਾ ਡੂੰਘਾ ਅਧਿਐਨ ਕੀਤਾ। ਇਸ ਸਮੇਂ ਦੌਰਾਨ ਉਹਨਾਂ ਨੂੰ ਜੇਲ੍ਹ ਅੰਦਰ ਬੰਦ ਕਈ ਗੁਰਸਿੱਖਾਂ ਦੀ ਸੰਗਤ ਵੀ ਪ੍ਰਾਪਤ ਹੋਈ, ਜਿਸ ਨੇ ਸੋਨੇ ਉੱਪਰ ਸੁਹਾਗੇ ਦਾ ਕੰਮ ਕੀਤਾ। ਸੰਸਾਰਕ ਵਿੱਦਿਆ ਘੱਟ ਹੋਣ ਦੇ ਬਾਵਜੂਦ ਉਹ ਇੱਕ ਚੰਗੇ ਸੁਘੜ ਸੁਲਝੇ ਵਿਦਵਾਨ ਅਤੇ ਬੁਲਾਰੇ ਬਣ ਗਏ। ਉਹਨਾਂ ਨੇ ਜੇਲ੍ਹ ਵਿੱਚ ਹੀ ਅੰਗਰੇਜ਼ੀ ਭਾਸ਼ਾ ਦੀ ਜਾਣਕਾਰੀ ਵੀ ਪ੍ਰਾਪਤ ਕੀਤੀ। ਇਸ ਤਰ੍ਹਾਂ ਉਹਨਾਂ ਨੇ ਇੱਕ ਯੋਗ ਨਿਪੁੰਨ ਲੀਡਰ ਵਾਲੇ ਸਾਰੇ ਗੁਣ ਗ੍ਰਹਿਣ ਕਰ ਲਏ। ਅਖੀਰ ਅਦਾਲਤ ਦੀ 10 ਸਾਲ ਚੱਲੀ ਲੰਬੀ ਚੌੜੀ ਕਾਰਵਾਈ ਤੋਂ ਬਾਅਦ ਭਾਈ ਸਾਹਿਬ ਜੀ ਨੂੰ ਵੱਖ-ਵੱਖ ਦੋਸ਼ਾਂ ਅਧੀਨ 3 ਸਜ਼ਾਵਾਂ ਉਮਰ ਕੈਦ ਦੀਆਂ ਅਤੇ 3 ਸਜ਼ਾਵਾਂ 7 ਸਾਲ ਦੀਆਂ ਸੁਣਾਈਆਂ ਗਈਆਂ, ਜੋ ਕਿ ਕੁੱਲ ਮਿਲਾ ਕੇ 82 ਸਾਲ ਬਣਦੀਆਂ ਹਨ। ਇਹਨਾਂ ਸਜ਼ਾਵਾਂ ਵਿੱਚ ਜੇਲ੍ਹ ਵਿੱਚ ਗੁਜ਼ਾਰੇ 10 ਸਾਲ ਦਾ ਸਮਾਂ ਵੀ ਨਾ ਗਿਣੇ ਜਾਣ ਦਾ ਹੁਕਮ ਦਿੱਤਾ ਗਿਆ। ਇਸ ਫੈਸਲੇ ਦੇ ਖਿਲਾਫ ਹਾਈ ਕੋਰਟ ਵਿੱਚ ਅਪੀਲ ਕੀਤੀ ਗਈ, ਜਿਹੜੀ ਕਿ ਇਕਹਿਰੇ ਜੱਜ ਦੇ ਬੈਂਚ ਨੇ ਰੱਦ ਕਰ ਦਿੱਤੀ। ਫਿਰ ਅਗਲੀ ਅਪੀਲ ਦੂਹਰੇ ਬੈਂਚ ਮੂਹਰੇ ਕੀਤੀ ਗਈ, ਜਿਸ ਨੇ ਸਾਰੀਆਂ ਸਜ਼ਾਵਾਂ ਰੱਦ ਕਰਕੇ ਕੱਟੀ ਹੋਈ 10 ਸਾਲ ਦੀ ਕੈਦ ਦਾ ਸਮਾਂ ਵੀ ਇਸ ਵਿੱਚ ਸ਼ਾਮਲ ਕਰ ਦਿੱਤਾ। ਇਸ ਫੈਸਲੇ ਵਿੱਚ ਇਹ ਵੀ ਲਿਖਿਆ ਗਿਆ ਕਿ ਭਾਈ ਸਾਹਿਬ ਕੋਈ ਅਪਰਾਧੀ ਨਹੀਂ ਹਨ। ਇਸ ਨੇ ਜੋ ਵੀ ਕਾਰਵਾਈ ਕੀਤੀ 2 ਕਤਲ ਕਰਨ ਦੀ ਕੀਤੀ ਹੈ, ਉਹ ਕੇਵਲ ਧਾਰਮਿਕ ਭਾਵਨਾਵਾਂ ਅਧੀਨ ਹੀ ਕੀਤੀ ਹੈ। ਹੁਣ ਇਹਨਾਂ ਨੂੰ ਜੇਲ੍ਹ ਵਿੱਚ ਰੱਖਣ ਦੀ ਲੋੜ ਨਹੀਂ ਹੈ। ਜੇ ਸਰਕਾਰ ਚਾਹੇ ਤਾਂ 2-3 ਵਾਰੀ ਪੈਰੋਲ 'ਤੇ ਰਿਹਾ ਕਰਕੇ ਬਾਕੀ ਸਜ਼ਾ ਮਾਫ਼ ਕਰ ਸਕਦੀ ਹੈ। ਅੱਗੋਂ ਇਸ ਅਦਾਲਤ ਤੋਂ ਮਨਜ਼ੂਰੀ ਲੈਣ ਦੀ ਵੀ ਲੋੜ ਨਹੀਂ।
ਜਿਹੜੀ ਕਿ ਕਾਨੂੰਨ ਮੁਤਾਬਕ ਕਿਸੇ ਵਿਅਕਤੀ ਨੂੰ ਰਿਹਾ ਕਰਨ ਤੋਂ ਪਹਿਲਾਂ ਲੈਣੀ ਪੈਂਦੀ ਹੈ। ਇਸ ਤੋਂ ਬਾਅਦ ਇਹ ਕੇਸ ਸਰਕਾਰ ਵੱਲੋਂ ਰਾਸ਼ਟਰਪਤੀ ਕੋਲ ਸਜ਼ਾ ਮਾਫ਼ੀ ਲਈ ਭੇਜਿਆ ਗਿਆ, ਜਿਸ ਨੇ ਇਸ ਦੀ ਮਨਜ਼ੂਰੀ ਦੇ ਦਿੱਤੀ। ਇਸ ਤਰ੍ਹਾਂ ਭਾਈ ਸਾਹਿਬ 12 ਅਕਤੂਬਰ 1996 ਨੂੰ ਸੁਪਰੀਮ ਕੋਰਟ ਦੇ ਹੁਕਮਾਂ ਨਾਲ 13 ਸਾਲ ਬਾਅਦ ਜੇਲ੍ਹ ਵਿੱਚੋਂ ਰਿਹਾ ਕਰ ਦਿੱਤੇ ਗਏ, ਜਿਸ ਨਾਲ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਇਸ ਤੋਂ ਪਹਿਲਾਂ ਜਥੇਦਾਰ ਦਰਸ਼ਨ ਸਿੰਘ ਜੀ ਦੇ ਅਸਤੀਫੇ ਤੋਂ ਬਾਅਦ ਸਿੱਖਾਂ ਦੀ ਸਰਵ ਉੱਚ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 9 ਜੂਨ 1990 ਨੂੰ ਮਤਾ ਨੰਬਰ 1942 ਰਾਹੀਂ ਸਮੂਹ ਸਿੱਖ ਜਥੇਬੰਦੀਆਂ, ਵਿਦਵਾਨਾਂ, ਬੁੱਧੀਜੀਵੀਆਂ ਦੀ ਰਾਏ ਨਾਲ ਭਾਈ ਸਾਹਿਬ ਜੀ ਦੀ ਪੰਥਕ ਕੁਰਬਾਨੀ ਨੂੰ ਮੁੱਖ ਰੱਖ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਦੀ ਸੇਵਾ ਸੌਂਪ ਦਿੱਤੀ ਸੀ। ਭਾਈ ਸਾਹਿਬ ਜੀ ਦੇ ਜੇਲ੍ਹ ਵਿੱਚ ਹੋਣ ਕਰਕੇ ਭਾਈ ਮਨਜੀਤ ਸਿੰਘ ਨੂੰ ਕਾਰਜਕਾਰੀ ਜਥੇਦਾਰ ਬਣਾਇਆ ਗਿਆ ਸੀ। ਭਾਈ ਸਾਹਿਬ ਜੀ ਨੂੰ ਸਭ ਤੋਂ ਪਹਿਲਾਂ ਦਿੱਲੀ ਦੀਆਂ ਸੰਗਤਾਂ ਨੇ ਜਲੂਸ ਦੀ ਸ਼ਕਲ ਵਿੱਚ ਵੱਖ-ਵੱਖ ਗੁਰਦੁਆਰਿਆਂ ਵਿੱਚ ਲਿਜਾ ਕੇ ਸਿਰੋਂ ਪਾਓ ਦੀ ਬਖਸ਼ਿਸ਼ ਕਰਕੇ ਸਨਮਾਨਿਤ ਕੀਤਾ। ਰਾਤ ਦਿੱਲੀ ਰੁਕਣ ਤੋਂ ਬਾਅਦ ਦੂਸਰੇ ਦਿਨ ਪੰਜਾਬ ਨੂੰ ਜਲੂਸ ਦੀ ਸ਼ਕਲ ਵਿੱਚ ਲਿਆਂਦਾ ਗਿਆ। ਹਰ ਸ਼ਹਿਰ ਅਤੇ ਕਸਬੇ ਵਿੱਚ ਭਾਈ ਸਾਹਿਬ ਦਾ ਭਰਵਾਂ ਸਵਾਗਤ ਕੀਤਾ ਗਿਆ। 13 ਅਕਤੂਬਰ ਸ਼ਾਮ ਨੂੰ ਭਾਈ ਸਾਹਿਬ ਜੀ ਸ਼੍ਰੀ ਅੰਮ੍ਰਿਤਸਰ ਪੁੱਜੇ, ਜਿੱਥੇ ਸਮੂਹ ਪੰਥਕ ਨੇਤਾਵਾਂ, ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਸਵਾਗਤ ਕਰਕੇ ਭਾਈ ਸਾਹਿਬ ਜੀ ਨੂੰ ਸ਼੍ਰੀ ਦਰਬਾਰ ਸਾਹਿਬ ਲਿਆਂਦਾ। ਆਪ ਜੀ ਨੇ ਇਸ ਤੋਂ ਬਾਅਦ 5 ਤਖ਼ਤਾਂ ਅਤੇ ਦੇਸ਼ ਭਰ ਦੇ ਗੁਰਦੁਆਰਿਆਂ ਦੀ ਯਾਤਰਾ ਕਰਕੇ 31 ਦਸੰਬਰ 1996 ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਦੀ ਸੇਵਾ ਸੰਭਾਲੀ। ਜਥੇਦਾਰ ਟੌੜਾ ਤੇ ਪ੍ਰਕਾਸ਼ ਸਿੰਘ ਬਾਦਲ ਦੀ ਆਪਸੀ ਸਿਆਸੀ ਲੜਾਈ ਦਾ ਭਾਈ ਸਾਹਿਬ ਜੀ ਨੂੰ ਵੀ ਸੰਤਾਪ ਭੋਗਣਾ ਪਿਆ। ਜਦੋਂ ਸਾਰੀ ਕੌਮ ਵਿਸਾਖੀ 1999 ਨੂੰ ਖਾਲਸਾ ਸਾਜਨਾ ਦਿਵਸ ਦੀ 300 ਸਾਲਾ ਸ਼ਤਾਬਦੀ ਮਨਾ ਰਹੀ ਸੀ ਅਤੇ ਸਿੱਖਾਂ ਨੂੰ ਅੰਮ੍ਰਿਤਧਾਰੀ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਸੀ, ਉਸੇ ਸਾਲ ਭਾਈ ਸਾਹਿਬ ਜੀ ਨੂੰ ਸੱਚ, ਇਨਸਾਫ 'ਤੇ ਡਟੇ ਰਹਿਣ ਕਰਕੇ ਇੱਕ ਸਿਆਸੀ ਨੇਤਾ ਨੇ ਇਸ਼ਾਰੇ ਉੱਤੇ ਇਸ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ। ਉਹਨਾਂ ਦੀ ਕੀਤੀ ਪੰਥਕ ਕੁਰਬਾਨੀ ਨੂੰ ਵੀ ਮਿੱਟੀ ਘੱਟੇ ਵਿੱਚ ਰੋਲ ਦਿੱਤਾ ਗਿਆ ਅਤੇ ਇੱਕ ਅਜਿਹੀ ਪਿਰਤ ਪਾ ਦਿੱਤੀ ਗਈ ਜੋ ਕਿ ਕੌਮ ਲਈ ਬਹੁਤ ਵੱਡੀ ਨੁਕਸਾਨਦੇਹ ਸਾਬਤ ਹੋ ਰਹੀ ਹੈ, ਜੋ ਅੱਜ ਤਾਈਂ ਵੀ ਜਾਰੀ ਹੈ। ਸਾਰੀ ਕੌਮ ਇਸ ਦਾ ਸੰਤਾਪ ਭੋਗ ਰਹੀ ਹੈ।